Now, hello students. ਅੱਜ ਅਸੀਂ ਨੈਕਸਟ ਟੌਪਿਕ ਕਰਾਂਗੇ that is the conversion of galvanometer. Last topic ਦੇ ਵਿੱਚ I have discussed with you the principle, construction, working and the sensitivity of the galvanometer. Ki how we can increase the sensitivity of the galvanometer. Now in this lecture I will discuss how can we convert a galvanometer into ammeter or a voltmeter, or you can say that the construction of the ammeter or the voltmeter. Now the galvanometer can be converted into ammeter by connecting a shunt resistance parallel to it. अगर ਅਸੀਂ ਗਲਵੈਨੋਮੀਟਰ ਦੇ ਪੈਰਲਲ ਇੱਕ ਸ਼ੰਟ ਰੈਜ਼ਿਸਟੈਂਸ ਕਨੈਕਟ ਕਰ ਦਈਏ ਤੇ ਇਟ ਇਜ਼ ਕਨਵਰਟਡ ਇਨਟੂ ਅ ਐਮੀਟਰ ਤੇ ਉਹ ਐਮੀਟਰ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਨਾਓ ਵਾਟ ਇਜ਼ ਦਿਸ ਸ਼ੰਟ ਰੈਜ਼ਿਸਟੈਂਸ? ਇਹ ਸ਼ੰਟ ਰੈਜ਼ਿਸਟੈਂਸ ਕੀ ਹੈ? ਸ਼ੰਟ ਰੈਜ਼ਿਸਟੈਂਸ ਦੈਟ ਇਜ਼ ਨੋਨ ਐਜ਼ ਦ ਸਮੋਲ ਰੈਜ਼ਿਸਟੈਂਸ। ਥੋੜ੍ਹੀ ਜਿਹੀ ਰੈਜ਼ਿਸਟੈਂਸ ਨੂੰ ਅਸੀਂ ਸ਼ੰਟ ਰੈਜ਼ਿਸਟੈਂਸ ਕਹਿ ਦਿੰਦੇ ਹਾਂ। ਅਗਰ ਗੈਲਵੈਨੋਮੀਟਰ ਦੇ ਪੈਰਲਲ ਵੀ ਅਪਲਾਈ ਅ ਸ਼ੰਟ ਰੈਜ਼ਿਸਟੈਂਸ ਦੈਨ ਦਿਸ ਗੈਲਵੈਨੋਮੀਟਰ ਇਜ਼ ਕਨਵਰਟਡ ਇਨਟੂ ਐਨ ਐਮੀਟਰ। ਸਪੋਜ਼ ਅਸੀਂ ਗੈਲਵੈਨੋਮੀਟਰ ਨੂੰ ਐਮੀਟਰ 'ਚ ਕਨਵਰਟ ਕਰਨਾ ਹੈ ਔਰ ਉਸ ਐਮੀਟਰ ਦੀ ਰੇਂਜ ਜਿਹੜੀ ਹੈ 0 to I ਹੋਣੀ ਚਾਹੀਦੀ ਹੈ ਕਿ ਉਹ I ਤੱਕ ਦਾ ਮੈਕਸੀਮਮ ਕਰੰਟ ਮਾਈਅਰ ਕਰੇ। ਮਤਲਬ ਜਦੋਂ ਗਲਵੈਨੋਮੀਟਰ ਦੇ ਵਿੱਚੋਂ I ਕਰੰਟ ਫਲੋ ਕਰੇ, ਦਿਸ ਇਜ਼ ਦ ਸਕੇਲ ਆਫ ਦ ਗਲਵੈਨੋਮੀਟਰ। ਅਗਰ ਇਹ ਗਲਵੈਨੋਮੀਟਰ ਦਾ ਸਕੇਲ ਹੈ 30 ਮੈਕਸੀਮਮ ਸਕੇਲਸ ਤੱਕ ਦੇ ਅਸੀਂ ਯੂਜ਼ ਕਰਦੇ ਹਾਂ ਦੋਨੋਂ ਪਾਸੇ। ਮਤਲਬ ਜਦੋਂ ਕਰੰਟ I ਹੋਵੇ, ਵੈਨ I ਕਰੰਟ ਫਲੋਸ ਥਰੂ ਦ ਗਲਵੈਨੋਮੀਟਰ ਅਤੇ ਨੀਡਲ ਜਿਹੜੀ ਗਲਵੈਨੋਮੀਟਰ ਦੀ 30 'ਤੇ ਆਏ, ਮੈਕਸੀਮਮ ਕਰੰਟ ਜਿਹੜਾ ਮੈਈਅਰ ਹੋਵੇ 30 ਹੋਵੇ ਅਤੇ ਮਿਨੀਮਮ ਕਰੰਟ ਜਿਹੜਾ ਗਲਵੈਨੋਮੀਟਰ ਨਾਲ ਮੈਈਅਰ ਹੋਵੇ ਦੈਟ ਇਜ਼ 0 ਹੋਵੇ। ਜਦੋਂ 0 ਕਰੰਟ ਫਲੋ ਕਰੇ ਉਸ ਵੇਲੇ ਨੀਡਲ 0 'ਤੇ ਹੋਵੇ ਅਤੇ ਜਦੋਂ ਗਲਵੈਨੋਮੀਟਰ 'ਚੋਂ I ਕਰੰਟ ਫਲੋ ਕਰੇ ਉਸ ਵੇਲੇ ਨੀਡਲ ਜਿਹੜੀ ਹੈ ਉਹ 30 ਡਿਵੀਜ਼ਨਸ 'ਤੇ ਹੋਣੀ ਚਾਹੀਦੀ ਹੈ। ਮਤਲਬ ਅਗਰ 10 ਫਲੋ ਕਰੇਗਾ ਅਤੇ ਨੀਡਲ ਇੱਥੇ ਹੋਏਗੀ, ਅਗਰ 15 ਲਾਈਕ ਦਿਸ ਨੀਡਲ ਆਟੋਮੈਟਿਕਲੀ ਜਿਉਂ ਕਰੰਟ ਵਧੀ ਜਾਏਗਾ ਤਿਉਂ ਨੀਡਲ ਵੀ ਜ਼ਿਆਦਾ ਡਿਫਲੈਕਟ ਕਰਦੀ ਜਾਏਗੀ। Now we can convert the galvanometer into ammeter by connecting a shunt resistance across it. Suppose galvanometer ਦੇ ਵਿੱਚੋਂ I current flow ਕਰ ਰਿਹਾ ਹੈ। Now if I current is flowing through the galvanometer ਤੇ galvanometer ਦੇ ਵਿੱਚੋਂ maximum current ਅਗਰ IG flow ਕਰਦਾ, ਅਗਰ ਇਸ ਤੋਂ ਵੱਧ ਕਰੰਟ ਫਲੋ ਕਰੇਗਾ ਮਤਲਬ galvanometer ਦੀਆਂ 30 ਡਿਵੀਜ਼ਨਸ ਹੈ ਅਤੇ ਇੱਕ ਡਿਵੀਜ਼ਨ ਤੇ galvanometer will give 1 degree deflection when K ਕਰੰਟ ਇਜ਼ ਫਲੋ। ਜਦੋਂ ਗਲਵੈਨੋਮੀਟਰ ਵਿੱਚੋਂ K ਕਰੰਟ ਫਲੋ ਕਰਦਾ ਹੈ ਅਤੇ 1 ਡਿਗਰੀ ਡਿਫਲੈਕਸ਼ਨ ਦਿੰਦਾ ਅਤੇ ਜਦ ਅਗਰ ਗਲਵੈਨੋਮੀਟਰ ਵਿੱਚੋਂ 30 IG ਕਰੰਟ ਫਲੋ ਕਰੇਗਾ ਅਤੇ ਉਹ ਡਿਫਲੈਕਸ਼ਨ ਕਿੰਨੀ ਦੇਵੇਗਾ? ਦੈਟ ਇਜ਼ ਇਕੁਅਲਸ ਟੂ 30 ਡਿਫਲੈਕਸ਼ਨ ਦੇਗਾ, 30 ਡਿਗਰੀ ਦੀ ਡਿਫਲੈਕਸ਼ਨ ਦੇਗਾ। ਮਤਲਬ ਇਫ K is known as the K that is known as the galvanometer's constant ਅਤੇ ਅਗਰ ਗਲਵੈਨੋਮੀਟਰ ਵਿੱਚੋਂ 1 ਡਿਗਰੀ ਅਗਰ ਗਲਵੈਨੋਮੀਟਰ will give 1 degree deflection for a current ਅਤੇ ਗਲਵੈਨੋਮੀਟਰ will give 30 ਮੈਕਸੀਮਮ ਡਿਫਲੈਕਸ਼ਨ ਫॉर IG ਕਰੰਟ। ਸੋ IG ਕਰੰਟ ਤੋਂ ਜ਼ਿਆਦਾ ਕਰੰਟ ਇੱਧਰ ਫਲੋ ਨਹੀਂ ਕਰੇਗਾ, ਸੋ IG ਕਰੰਟ ਹੀ ਸਿਰਫ ਗਲਵੈਨੋਮੀਟਰ 'ਚ ਫਲੋ ਕਰੇਗਾ। ਬਾਕੀ ਜਿਹੜਾ I ਮਾਈਨਸ IG ਕਰੰਟ ਹੈ ਦੈਟ ਵਿਲ ਫਲੋ ਥਰੂ ਦਾ ਸ਼ੰਟ ਰਜਿਸਟੈਂਸ, ਉਹ ਸਾਰਾ ਸ਼ੰਟ ਨੂੰ ਚਲਾ ਜਾਏਗਾ। ਹੁਣ ਸਾਡੇ ਕੋਲ 2 ਪੁਆਇੰਟਸ ਨੇ A ਔਰ B। ਨਾ A ਔਰ B 'ਤੇ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੋਏਗਾ? ਨਾ ਪੋਟੈਂਸ਼ੀਅਲ ਡਿਫਰੈਂਸ ਐਟ ਬਿਟਵੀਨ A and B. Now potential difference between A and B ਲਈਏ that will be equals to IG into galvanometer's resistance, that is G. G is the resistance of galvanometer. ठीक है, so potential difference कितना आ गया? IGG, और this potential difference that is also equals to I minus IGS ਕਿਉਂਕਿ 2 ਪੁਆਇੰਟਸ ਨੇ ਔਰ ਵੀ ਉਹਨਾਂ ਵਿੱਚ ਪੋਟੈਂਸ਼ੀਅਲ ਡਿਫਰੈਂਸ ਅਗਰ ਅਸੀਂ IG ਲਵਾਂਗੇ ਤਦ ਵੀ ਠੀਕ ਹੈ ਅਤੇ ਪੋਟੈਂਸ਼ੀਅਲ ਡਿਫਰੈਂਸ ਅਗਰ I ਮਾਈਨਸ IGS ਲਵਾਂਗੇ ਦੈਟ ਇਜ਼ ਆਲਸੋ ਓਕੇ। ਸੋ IGG ਦੈਟ ਇਜ਼ ਇਕੁਅਲਸ ਟੂ I ਮਾਈਨਸ IGS ਅਤੇ S ਦੀ ਵੈਲਿਊ ਕਿੰਨੀ ਆ ਗਈ? ਦੈਟ ਇਜ਼ ਇਕੁਅਲਸ ਟੂ I minus IG
जी ਦੇ ਬਰਾਬਰ ਹੋਗੀ। ਸੋ ਅਗਰ ਅਸੀਂ ਗਲਵੈਨੋਮੀਟਰ ਦੇ ਅਕ੍ਰੋਸ ਇਹਨਾਂ ਸ਼ੰਟ ਰਜਿਸਟੈਂਸ ਲਗਾ ਦਿੰਦੇ ਆ ਦੈਟ ਇਜ਼ ਕਨਵਰਟਿਡ ਇਨਟੂ ਐਨ ਐਮ ਮੀਟਰ ਅਤੇ ਰਜਿਸਟੈਂਸ ਕਿੰਨੀ ਹੋਏਗੀ ਨੋ ਟੋਟਲ ਰਜਿਸਟੈਂਸ ਆਫ ਐਮ ਮੀਟਰ ਉਹ ਕਨਵਰਟ ਹੋ ਗਿਆ ਐਮ ਮੀਟਰ ਦੇ ਵਿੱਚ। ਸੋ ਪੈਰਲਲ ਲੱਗੇ ਨੇ ਸੋ ਟੋਟਲ ਰਜਿਸਟੈਂਸ ਕਿਹਦੇ ਬਰਾਬਰ ਆਏਗੀ 1/RP दैट इज़ इक्वल्स टू 1/G प्लस 1/S। तो RP कितना हो गया दैट इज़ इक्वल्स टू GS ओवर G प्लस S। GS ऊपर चला जाएगा दैट इज़ इक्वल्स टू G प्लस S एंड विच इज़ लेस दैन the resistance of S ਤੇ ਜਿਹੜੀ ਕਿ resistance S ਨਾਲੋਂ ਵੀ ਘੱਟ ਹੈ ਕਿਉਂਕਿ ਪੈਰਲਲ ਦੇ ਵਿੱਚ ਜਦੋਂ ਅਸੀਂ ਰਜਿਸਟੈਂਸਿਸ ਨੂੰ ਕੰਬਾਈਨ ਕਰਦੇ ਹਾਂ ਅਤੇ ਜਿਹੜੀ ਟੋਟਲ ਰਜਿਸਟੈਂਸ ਆਉਂਦੀ ਹੈ ਦੈਟ ਇਜ਼ ਲੈਸ ਦੈਨ ਦ ਰਜਿਸਟੈਂਸ ਆਫ G ਐਂਡ S। ਉਹ ਜਿਹੜੀਆਂ ਦੋ ਰਜਿਸਟੈਂਸ ਨੂੰ ਜਿਨ੍ਹਾਂ ਨੂੰ ਤੁਸੀਂ ਪੈਰਲਲ ਕੰਬਾਈਨ ਕੀਤਾ ਉਹਨਾਂ ਦੀ ਰਜਿਸਟੈਂਸ ਨਾਲੋਂ ਵੀ ਰਜਿਸਟੈਂਸ ਘੱਟ ਆਉਂਦੀ ਹੈ। ਸੋ ਵੀ ਕੈਨ ਕਨਵਰਟ ਅ ਗਲਵੈਨੋਮੀਟਰ ਇਨਟੂ ਐਮੀਟਰ ਬਾय ਕਨੈਕਟਿੰਗ a shunt resistance parallel to it. Now conversion of voltmeter, conversion to voltmeter. Now we can convert a galvanometer into voltmeter by connecting a resistance R in series with it। ਤੇ ਅਗਰ ਅਸੀਂ ਇੱਕ ਰਜਿਸਟੈਂਸ R ਨੂੰ ਗਲਵੈਨੋਮੀਟਰ ਦੇ ਨਾਲ ਸੀਰੀਜ਼ ਦੇ ਵਿੱਚ ਕਨੈਕਟ ਕਰ ਦਈਏ we can increase its we can convert it into a voltmeter। ਅਸੀਂ ਉਹਨੂੰ ਇੱਕ ਵੋਲਟਮੀਟਰ ਦੇ ਵਿੱਚ ਕਨਵਰਟ ਕਰ ਸਕਦੇ ਹਾਂ। now potential difference between A and B, A and B 'ਚ पोटेंशियल डिफरेंस ਹੁਣ ਕਿੰਨਾ ਆਏਗਾ दैट इज़ ਇੱਥੋਂ अगर करंट I फ्लो कर रहा है इफ़ I करंट इज़ फ्लोइंग थ्रू अगर IG करंट फ्लो कर रहा है तो ये अक्रॉस IG या I करंट फ्लो कर रहा है तो ये अक्रॉस पोटेंशियल डिफरेंस A और B पॉइंट पोटेंशियल डिफरेंस कितना आएगा फस्ट इज़ IG प्लस IG R तो टोटल कितना आ गया IG प्लस R दैट इज़ इक्वल्स टू V पोटेंशियल डिफरेंस तो R कितना आ जाएगा दैट इज़ इक्वल्स टू V ओवर IG माइनस D। अगर इन्ना रजिस्टेंस असी गलवैनोमीटर दे सीरीज़ दे विच लगा दिए इट इज़ कन्वर्टेड इनटू अ वोल्टमीटर। तो रजिस्टेंस ऑफ दिस वोल्टमीटर इज़ टोटल रजिस्टेंस कितनी होएगी वोल्टमीटर की दैट इज़ इक्वल्स टू G प्लस R क्योंकि सीरीज़ च लगे ने तो टोटल रजिस्टेंस मैक्सिमम हो जाएगी। सो वोल्टमीटर की रजिस्टेंस ज़्यादा होंदी है तो एम मीटर की रजिस्टेंस घट होंदी है। एम मीटर इज़ ऑलवेज कनैक्टेड इन सीरीज़ इन द सर्किट दे विच एम मीटर नूं हमेशा सीरीज़ दे विच लगाया जाता है और वोल्टमीटर इज़ ऑलवेज कनैक्टेड पैरलल तो वोल्टमीटर नूं हमेशा असी पैरलल ही कनैक्ट करते हैं। नाउ वाई द एम मीटर इज़ कनैक्टेड इन सीरीज़ एम मीटर नूं असी सीरीज़ दे विच क्यों कनैक्ट करते हैं। नाउ एम मीटर दैट इज़ ऑलवेज कनैक्टेड इन सीरीज़ अगर एम मीटर नूं असी पैरलल लगा देंगे अगर एम मीटर नूं सर्किट दे विच असी पैरलल यह सर्किट है सर्किट दे विच किसी जिस पॉइंट तो भी तुसी करंट लेना अगर असी किसी चीज़ के पैरलल असी एम मीटर नूं लगाता तो बहुत ज़्यादा क्योंकि ये रजिस्टेंस बहुत घट है इट्स हैज़ वेरी लो रजिस्टेंस तो ये काफ़ी सारा करंट जिहड़ा एम मीटर चों पास कर जाएगा तो सर्किट दे विचों नहीं निकलेगा। सो लार्ज अमाउंट ऑफ करंट ड्यू टू इट्स लो रजिस्टेंस विल पास थ्रू एम मीटर जिदे करके वो एम मीटर नूं डैमेज कर देगा it will damage the ammeter that's why ammeter is always connected in series ਜਿਹਦੇ ਕਰਕੇ ਅਸੀਂ ammeter ਨੂੰ series ਦੇ ਵਿੱਚ ਹੀ ਕਨੈਕਟ ਕਰਨੇ ਨਾ ammeter ਨੂੰ parallel ਕਿਉਂ ਨਹੀਂ ਕਨੈਕਟ ਕੀਤਾ ਜਾਂਦਾ ammeter ਨੂੰ ਅਗਰ ਅਸੀਂ parallel ਕਨੈਕਟ ਕਰ ਦਾਂਗੇ ਤਾਂ ਇਹਦਾ resistance ਬਹੁਤ low ਹੁੰਦਾ ਹੈ पैरलल अगर कनैक्ट हो जाएगा तो ये लो रजिस्टेंस करके काफ़ी ज़्यादा करंट फ्लो कर जाएगा जिसके कारण एमीटर डैमेज हो जाएगा इट विल
ਡੈਮੇਜ। ਔਰ ਇਸ ਲਈ ਇਹਨੂੰ ਅਸੀਂ ਹਮੇਸ਼ਾ ਸਰਕਿਟ ਦੇ ਵਿੱਚ ਸੀਰੀਜ਼ ਦੇ ਵਿੱਚ ਹੀ ਕਨੈਕਟ ਕਰੀਦਾ। ਨਾਓ ਵਾਈ ਦਾ ਵੋਲਟਮੀਟਰ ਇਜ਼ ਕਨੈਕਟਡ ਪੈਰਲਲ, ਅਤੇ ਵੋਲਟਮੀਟਰ ਨੂੰ ਅਸੀਂ ਸਰਕਿਟ ਦੇ ਵਿੱਚ ਪੈਰਲਲ ਕਿਉਂ ਕਨੈਕਟ ਕਰੀਦਾ? ਕਿਉਂਕਿ ਵੋਲਟਮੀਟਰ ਇਜ਼ ਯੂਜ਼ ਟੂ ਮੈਜ਼ਰ ਦਾ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਦਾ ਟੂ ਪੁਆਇੰਟਸ। ਦੋ ਪੁਆਇੰਟਸ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਮੈਜ਼ਰ ਕਰਨ ਵਾਸਤੇ ਅਸੀਂ ਵੋਲਟਮੀਟਰ ਨੂੰ ਯੂਜ਼ ਕਰਦੇ ਹਾਂ, ਔਰ ਐਮਮੀਟਰ ਨੂੰ ਅਸੀਂ ਯੂਜ਼ ਕਰਦੇ ਹਾਂ ਕਰੰਟ ਮੈਜ਼ਰ ਕਰਨ ਵਾਸਤੇ। ਅਗਰ ਅਸੀਂ ਵੋਲਟਮੀਟਰ ਨੂੰ ਸੀਰੀਜ਼ 'ਚ ਲਗਾ ਦਾਂਗੇ, ਮਤਲਬ ਕੋਈ ਵੀ ਸਰਕਿਟ ਆ ਰਿਹਾ ਅਤੇ ਸੀਰੀਜ਼ 'ਚ ਅਸੀਂ ਵੋਲਟਮੀਟਰ ਲਗਾ ਤਾ, ਵੀ ਹੈਵ ਦਿਸ ਰੈਜ਼ਿਸਟੈਂਸ, ਵੀ ਹੈਵ ਬੈਟਰੀ, ਇਹਨੂੰ ਅਸੀਂ ਸੀਰੀਜ਼ 'ਚ ਲਗਾ ਤਾ, ਅਤੇ ਵੋਲਟਮੀਟਰ ਜਿਹੜਾ ਹੈ ਦੋ ਪੁਆਇੰਟਸ ਦੇ ਵਿੱਚ ਰੈਜ਼ਿਸਟੈਂਸ ਈਜ਼ੀਲੀ ਨਹੀਂ ਮੈਜ਼ਰ, ਪੋਟੈਂਸ਼ੀਅਲ ਡਿਫਰੈਂਸ ਨਹੀਂ ਮੈਜ਼ਰ ਕਰ ਪਾਏਗਾ, ਕਿਉਂਕਿ ਇੱਥੇ ਰੈਜ਼ਿਸਟੈਂਸ ਆ ਗਿਆ, ਇੱਥੇ ਬੈਟਰੀ ਆ ਗਿਆ। ਹੁਣ ਇੱਕ ਕਰੰਟ ਇਹ 'ਚੋਂ ਫਲੋ ਕਰੇਗਾ ਅਤੇ ਇਹ ਕਰੰਟ ਦੀ ਵੈਲਿਊ ਆ ਜਾਏਗੀ। ਹਾਊ ਕੈਨ ਵੀ ਮੈਜ਼ਰ ਦਾ ਪੋਟੈਂਸ਼ੀਅਲ ਡਿਫਰੈਂਸ? ਪੋਟੈਂਸ਼ੀਅਲ ਡਿਫਰੈਂਸ ਦੋ ਪੁਆਇੰਟ ਵਿੱਚ ਕਿਵੇਂ ਮੈਜ਼ਰ ਕਰੇਗਾ, ਜਿੰਨੀ ਦੇਰ ਅਸੀਂ ਇਹਨੂੰ ਸੀਰੀਜ਼ ਦੇ ਵਿੱਚ ਨਹੀਂ ਲਗਾਵਾਂਗੇ। ਸੋ ਇਹਦੇ ਵਿੱਚੋਂ ਕਰੰਟ ਜਿਹੜਾ ਇੱਕ, ਅਤੇ ਇਹ ਵੋਲਟਮੀਟਰ ਦੀ ਰੈਜ਼ਿਸਟੈਂਸ ਬਹੁਤ ਹਾਈ ਹੁੰਦੀ ਹੈ, ਜਿਹਦੇ ਵਿੱਚੋਂ ਇਹਦੇ 'ਚੋਂ ਕਰੰਟ ਫਲੋ ਨਹੀਂ ਕਰ ਪਾਏਗਾ, ਮੈਕਸੀਮਮ ਕਰੰਟ ਸਰਕਿਟ 'ਚੋਂ ਨਿਕਲ ਨਹੀਂ ਪਾਏਗਾ, ਕਿਉਂਕਿ ਇਹਦੀ ਰੈਜ਼ਿਸਟੈਂਸ ਬਹੁਤ ਜ਼ਿਆਦਾ ਹੁੰਦੀ ਹੈ। ਔਰ ਅਗਰ ਅਸੀਂ ਇਹਨੂੰ ਪੈਰਲਲ ਕਨੈਕਟ ਕਰਦੇ ਹਾਂ, ਅਤੇ ਪੈਰਲਲ ਕਨੈਕਟ ਕਰਨ ਕਰਕੇ ਇਹਦੀ ਰੈਜ਼ਿਸਟੈਂਸ ਹਾਈ ਹੋਣ ਕਰਕੇ ਇਹਦੇ ਵਿੱਚੋਂ ਮਿਨੀਮਮ ਕਰੰਟ ਫਲੋ ਕਰੇਗਾ, ਮੈਕਸੀਮਮ ਕਰੰਟ ਸਰਕਿਟ 'ਚੋਂ ਫਲੋ ਕਰੇਗਾ, ਜਿਹਦੇ ਕਾਰਨ ਵੋਲਟਮੀਟਰ ਨੂੰ ਅਸੀਂ ਈਜ਼ੀਲੀ ਪੋਟੈਂਸ਼ੀਅਲ ਡਿਫਰੈਂਸ ਮੈਜ਼ਰ ਕਰਨ ਵਾਸਤੇ ਯੂਜ਼ ਕਰਦੇ ਹਾਂ। ਸੋ ਵੋਲਟਮੀਟਰ ਇਜ਼ ਕਨੈਕਟਡ ਇਨ ਸੀਰੀਜ਼ ਇਨ ਦਾ ਸਰਕਿਟ, it will draw some current and the potential difference of the circuit will change and measurement will not be accurate. So accurate measurement ਕਰਨ ਵਾਸਤੇ potential difference ਦੀ it is essential ਕਿ voltmeter ਵਿੱਚੋਂ ਘੱਟ ਕਰੰਟ ਫਲੋ ਕਰੇ, ਜਿਹਦੇ ਕਰਕੇ ਇਹਨੂੰ ਅਸੀਂ ਹਮੇਸ਼ਾ ਪੈਰਲਲ ਹੀ ਕਨੈਕਟ ਕਰਦੇ ਹਾਂ। So this is all about the galvanometer. The next topic which we have that is how an atom behave as a magnetic dipole, ਕਿ ਜਿਹੜਾ ਐਟਮ ਹੈ ਉਹ ਇੱਕ ਮੈਗਨੈਟਿਕ ਡਾਈਪੋਲ ਦੀ ਤਰ੍ਹਾਂ ਕਿਵੇਂ ਬਿਹੇਵ ਕਰਦਾ ਹੈ। Now our next topic is how an atom behave as a magnetic dipole. Now suppose we have a atom as magnetic dipole, ਕਿ ਐਟਮ ਜਿਹੜਾ ਇੱਕ ਮੈਗਨੈਟਿਕ ਡਾਈਪੋਲ ਦੀ ਤਰ੍ਹਾਂ ਕਿਵੇਂ ਬਿਹੇਵ ਕਰਦਾ। ਨਾਓ ਐਜ਼ ਯੂ ਆਲ ਨੋ, ਇਫ ਵੀ ਹੈਵ ਅ ਐਟਮ, ਸੈਂਟਰ 'ਚ ਸਾਡੇ ਕੋਲ ਨਿਊਕਲੀਅਸ ਹੈ ਐਂਡ ਇਲੈਕਟ੍ਰੋਨ ਇਜ਼ ਰਿਵੋਲਵਿੰਗ ਅਰਾਊਂਡ ਇਟ। ਇਲੈਕਟ੍ਰੋਨ ਇਹਦੇ ਅਕਰੋਸ ਸਰਕੂਲਰ ਔਰਬਿਟ ਦੇ ਵਿੱਚ ਰਿਵੋਲਵ ਕਰ ਰਿਹਾ। ਇਫ ਦ ਟਾਈਮ ਪੀਰੀਅਡ ਆਫ ਦਿਸ ਔਰਬਿਟ ਇਜ਼ ਟੀ, ਨਾਓ ਟੀ ਕੀ ਹੈ? ਦੈਟ ਇਜ਼ ਦ ਟਾਈਮ ਪੀਰੀਅਡ ਆਫ ਦਿਸ ਔਰਬਿਟ। E is the charge on the electron, R is the radius of its path, जो भी ਉਹਦਾ सर्कुलर मोशन है ਉਹਦਾ radius है, और ओमेगा is the angular velocity, ओमेगा ਇਹਦੀ एंगुलर वेलोसिटी है, E चार्ज है, R रेडियस है, T इज़ द टाइम पीरियड, स्मॉल टी देना स्मॉल टी दे दो, कैपिटल टी देना कैपिटल टी दे दो। दैन द करंट आई, ਜਿਹੜਾ करंट फ्लो करेगा, अगर इलैक्ट्रॉन मूव करेगा तो करंट किहदे बराबर है? दैट इज़ इक्वल्स टू चार्ज ओवर टाइम, चार्ज ओवर टाइम के बराबर है। सो करंट किहदे बराबर हो गया? E ओवर टी के बराबर। सो इट इज़ इक्वल्स टू E ओवर टी, चार्ज ओवर टाइम, T इज़ द टाइम पीरियड। Now time period ਜਿਹੜਾ ਹੈ that is equals to 2 pi over omega. Now this you all know from where it come. ਅਗਰ ਕੋਈ ਚੀਜ਼ ਸਰਕੂਲਰ ਮੋਸ਼ਨ ਦੇ ਵਿੱਚ ਮੂਵ ਕਰਦੀ ਹੈ, ਇੱਥੇ ਐਂਗਲ ਕਿੰਨਾ ਬਣਦਾ ਹੈ? 360 which is equals to 2 pi ਐਂਗਲ ਬਣਦਾ ਹੈ। It is moving with angular velocity that is omega. So omega ਕਿਹਦੇ ਬਰਾਬਰ ਹੈ? Distance over time. So distance ਕਿੰਨਾ ਹੈ? डिस्टेंस कितना, हाउ मच इज़ द डिस्टेंस? सो ओमेगा किहदे बराबर आ गया? डिस्टेंस कितना है? दैट इज़ 2 पाई, तो टाइम कितना है? दैट इज़ टी। दैन टी इज़ इक्वल्स टू 2 पाई ओवर ओमेगा दे बराबर आएगा। नाउ हेयर द टाइम पीरियड, सो वी हैव दैट इज़ इक्वल्स टू 2 पाई ओमेगा। नाउ वी सब्सटीट्यूट द वैल्यू ऑफ टाइम पीरियड इन इट। सो करंट आई इज़ इक्वल्स टू ई ओवर 2 पाई, नीचे आ गया, ओमेगा ऊपर चला गया। सो दिस इज़ द करंट। Now area of the loop, area कितने बराबर है? That is equals to pi r
स्केयर के बराबर है। ना मैग्नेटिक मूवमेंट असी ऑलरेडी पिछे भी लैक्चर्स किया, मैग्नेटिक मूवमेंट दैट इज़ इक्वल्स टू ऑलवेज इक्वल्स टू करंट इंटू एरिया के बराबर होंगे। ना मैग्नेटिक मूवमेंट दैट इज़ इक्वल्स टू करंट इंटू एरिया। हाउ मच वी हैव द करंट ई ओमेगा ओवर 2 पाई, तो एरिया कितना आ गया पाई आर स्केयर, पाई ना पाई कटे गए, सो दिस इज़ इक्वल्स टू 1/2 ई ओमेगा आर स्केयर। नाउ हेयर वी नीड दिस वैल्यू, हुणे सानू चाहिए ओमेगा आर स्केयर की वैल्यू असी पुट करांगे तो साढ़े को मैग्नेटिक मूवमेंट की एग्जैक्ट वैल्यू आ जाएगी। नाउ वट इज़ ओमेगा आर स्केयर? नाउ अकॉर्डिंग टू बोहर्स थ्योरी, नाउ बोहर ने सानू क्या है, द इलैक्ट्रॉन रिवॉल्व ओनली इन दोज ऑर्बिट, इलैक्ट्रॉन सिर्फ उन्होंने ऑर्बिट्स के विच रिवॉल्व करता है जिन्हों विच उहदा एंगूलर मोमेंटम इज़ इंटैग्रल मल्टीपल of h over 2 pi, where h is the Planck's constant. You all know, तुसी already chemistry च बड़ी बारी पढ़ चुके हो। अकॉर्डिंग टू बोहर थ्योरी इलैक्ट्रॉन सिर्फ उन्होंने ऑर्बिट्स के विच रिवॉल्व करता है जिन्हों के विच उहदा एंगूलर मोमेंटम किहदे बराबर होंदा है, इंटैग्रल मल्टीपल ऑफ h over 2 pi। ना एंगूलर मोमेंटम नूं असी L नाल डिनोट करीदा, दिस इज़ एंगूलर मोमेंटम, और एंगूलर मोमेंटम किहदे बराबर होंदा है, रेडियस इंटू लीनियर मोमेंटम। ना रेडियस कितना है, दैट इज़ आर, तो लीनियर मोमेंटम किहदे बराबर है, लीनियर मोमेंटम दैट इज़ मास इंटू वेलोसिटी, लीनियर वेलोसिटी, ठीक है। सो ये किहदे बराबर आ गया, आर एम वी, दैट इज़ एम आर वी। ना वेलोसिटी किहदे बराबर है, लीनियर वेलोसिटी कितनी होंदी है, आर ओमेगा, लीनियर वेलोसिटी दैट इज़ इक्वल्स टू रेडियस इंटू एंगुलर वेलोसिटी। सो उत्थे वैल्यू पुट कर दी, दिस इज़ इक्वल्स टू एम आर इंटू आर ओमेगा विच इज़ इक्वल्स टू एम आर स्केयर ओमेगा दे बराबर हो गया। इट मीनस हुण एम आर स्केयर ओमेगा किहदे बराबर है, इंटैग्रल मल्टीपल ऑफ एच ओवर 2 पाई, तो ओमेगा आर स्केयर कितना आ गया, दैट इज़ इक्वल्स टू एन एच ओवर 2 पाई एम दे बराबर। ए वाली वैल्यू ओमेगा आर स्केयर दैट वी सबसीट्यूट इन दिस, हुण असीं इहनूं इस वैल्यू ने इहदे विच सबसीट्यूट कर देंगे, साडे कोल सी ओमेगा आर स्केयर किहदे बराबर, एन एच ओवर 2 पाई एम दे बराबर। नाउ वट इज़ मैग्नेटिक मूवमेंट कितना सी, दैट इज़ हाफ ई ओमेगा आर स्केयर, हाफ ई ओमेगा आर स्केयर सी, सो इट इज़ इक्वल्स टू हाफ ई एन एच 2 पाई एम आ गया, विच इज़ इक्वल्स टू 1/4 एन ई एच ओवर पाई एम, और इट इज़ इक्वल्स टू दिस मच, और इट इज़ इक्वल्स टू एन असी कॉमन निकाल लिया, ई एच ओवर 4 पाई एम, मतलब जोड़ा मैग्नेटिक मूवमेंट है दैट इज़ इंटैग्रल मल्टीपल, एन इज़ इंटैग्रल मल्टीपल ऑफ मल्टीपल ऑफ ई एच ओवर 4 पाई एम दा, मतलब इलैक्ट्रॉन का जोड़ा मैग्नेटिक मूवमेंट है, मैग्नेटिक मूवमेंट दैट इज़ इंटैग्रल मल्टीपल ऑफ ई एच ओवर 4 पाई एम, दिस ई एच ओवर 4 पाई एम that is known as Bohr's magneton, this is known as Bohr's मैगनेटन, मतलब घट वैल्यू ਉਹ वैल्यू फस्ट ऑर्बिट ਦੇ ਵਿੱਚ ਜਦੋਂ इलैक्ट्रॉन रिवॉल्व करता है तद ਉਹਦਾ बोहर मैगनेटन जिन्ना ਹੁੰਦਾ मैगनेटिक मूवमेंट जो ਹੁੰਦਾ दैट इज़ नोन एज द बोहर्स मैगनेटन। सो व्हाट इज़ द बोहर्स मैगनेटन, इट इज़ द magnetic movement
of electron in the first orbit of hydrogen atom. Okay, so that is the Bohr's magneton, and the magnetic moment of an electron in all the orbit, that is always the integral multiples of Bohr's magneton. This show that the atom behaves as a this show that the atom behaves as magnetic डाइपोल कि एटम ਜਿਹੜਾ ਇੱਕ ਮੈਗਨੈਟਿਕ ਡਾਈਪੋਲ ਦੀ ਤਰ੍ਹਾਂ ਬਿਹੇਵ ਕਰਦਾ ਹੈ। ਅਗਰ ਸਰਕਿਟ ਦੇ ਵਿੱਚ ਇਲੈਕਟ੍ਰੋਨ ਜਿਹੜਾ ਹੈ ਉਹ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਰਿਵੋਲਵ ਕਰ ਰਿਹਾ, ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਰਿਵੋਲਵ ਕਰ ਰਿਹਾ, ਦ ਇਲੈਕਟ੍ਰੋਨ ਇਜ਼ ਰਿਵੋਲਵਿੰਗ ਇਨ ਐਂਟੀ ਕਲੌਕਵਾਈਜ਼, ਅਤੇ ਜਿਸ ਡਾਇਰੈਕਸ਼ਨ ਦੇ ਵਿੱਚ ਉਹ ਐਂਟੀ ਕਲੌਕਵਾਈਜ਼ ਡਾਇਰੈਕਸ਼ਨ 'ਚ ਫਲੋ ਕਰੇਗਾ ਉਹ 'ਤੇ ਨਾਰਥ ਪੋਲੈਰਿਟੀ ਆ ਜਾਏਗੀ, ਔਰ ਜਿਸ ਡਾਇਰੈਕਸ਼ਨ ਦੇ ਵਿੱਚ ਉਹ ਕਲੌਕਵਾਈਜ਼ ਫਲੋ ਕਰੇਗਾ ਇਟ ਵਿਲ ਫਲੋ ਕਲੌਕਵਾਈਜ਼, ਉਸ ਜਗ੍ਹਾ 'ਤੇ ਸਾਊਥ ਪੋਲੈਰਿਟੀ ਆ ਜਾਏਗੀ। ਸੋ ਅਗਰ ਅਸੀਂ ਕਿਸੇ ਕਰੰਟ ਲੂਪ ਨੂੰ ਦੇਖੀਏ, ਇਫ ਵੀ ਸੀ ਅ ਕਰੰਟ ਲੂਪ, ਅਗਰ ਕੋਈ ਵੀ ਕਰੰਟ ਲੂਪ, ਇਫ ਵੀ ਸੀ ਅ ਕਰੰਟ ਲੂਪ, ਇਫ ਦਿਸ ਇਜ਼ ਅ ਲੂਪ ਆਈ ਵਿਲ ਟੇਕ, ਅਗਰ ਇਹ ਅਸੀਂ ਲੂਪ ਲਈਏ ਇੱਧਰੋਂ ਦੀ ਦੇਖਾਂਗੇ ਤਾਂ ਕਰੰਟ ਜਿਹੜਾ ਹੈ ਐਂਟੀ ਕਲੌਕਵਾਈਜ਼ ਫਲੋ ਕਰ ਰਿਹਾ, ਇਹਦਾ ਮਤਲਬ ਇੱਧਰਲੇ ਪਾਸੇ ਨਾਰਥ ਪੋਲੈਰਿਟੀ ਆ ਜਾਏਗੀ। ਅਗਰ ਤੁਸੀਂ ਇਸ ਸਾਈਡ ਤੋਂ ਦੇਖਦੇ ਹੋ ਫਰੋਮ ਦਿਸ, ਦ ਇਲੈਕਟ੍ਰੋਨ ਵਿਲ ਫਲੋ ਇਨ ਅ ਕਲੌਕਵਾਈਜ਼, ਇੱਧਰੋਂ ਦੀ ਦੇਖੋਗੇ ਤਾਂ ਉਹ ਕਲੌਕਵਾਈਜ਼ ਫਲੋ ਕਰੇਗਾ ਲਾਈਕ ਦਿਸ। ਮਤਲਬ ਅਗਰ ਅਸੀਂ ਇਸ ਸਾਈਡ ਦੇਖਦੇ ਹਾਂ ਤਾਂ ਇਟ ਇਜ਼ ਫਲੋਇੰਗ, ਦ ਕਰੰਟ ਇਜ਼ ਫਲੋਇੰਗ ਐਂਟੀ ਕਲੌਕਵਾਈਜ਼, ਉਹ ਐਂਟੀ ਕਲੌਕਵਾਈਜ਼ ਇਲੈਕਟ੍ਰੋਨ ਜਿਹੜਾ ਐਂਟੀ ਕਲੌਕਵਾਈਜ਼ ਰਿਵੋਲਵ ਕਰ ਰਿਹਾ, ਇੱਥੇ ਨਾਰਥ ਪੋਲੈਰਿਟੀ ਆ ਗਈ। ਅਗਰ ਅਸੀਂ ਇੱਥੇ ਖੜ੍ਹੇ ਹੋ ਕੇ ਦੇਖਾਂਗੇ ਤਾਂ ਉਹ ਲੂਪ ਜਿਹੜਾ ਕਰੰਟ ਜਿਹੜਾ ਕਲੌਕਵਾਈਜ਼ ਸਾਨੂੰ ਰੋਟੇਟ ਕਰਦਾ ਨੇ, ਇੱਧਰਲੇ ਪਾਸਿਓਂ ਕਲੌਕਵਾਈਜ਼ ਨਜ਼ਰ ਆਏਗਾ, ਇੱਧਰਲੇ ਪਾਸਿਓਂ ਐਂਟੀ ਕਲੌਕਵਾਈਜ਼ ਨਜ਼ਰ, ਦਿਸ ਇਜ਼ ਦ ਲੂਪ ਐਟ ਦ ਸੈਂਟਰ। ਇੱਥੋਂ ਦੇਖੋਗੇ, ਅਗਰ ਇੱਥੇ ਖੜ੍ਹੇ ਹੋ ਕੇ ਦੇਖੋਗੇ ਤੁਹਾਨੂੰ ਜਿਹੜਾ ਲੂਪ ਹੈ ਉਹ ਐਂਟੀ ਕਲੌਕਵਾਈਜ਼ ਰਿਵੋਲਵ ਕਰਦਾ, ਇਲੈਕਟ੍ਰੋਨ ਜਿਹੜਾ ਐਂਟੀ ਕਲੌਕਵਾਈਜ਼ ਰਿਵੋਲਵ ਕਰਦਾ ਨਜ਼ਰ ਆਏਗਾ। ਸੋ ਇੱਧਰਲੇ ਪਾਸੇ ਨਾਰਥ ਪੋਲੈਰਿਟੀ ਆ ਜਾਏਗੀ। ਇਫ ਵੀ ਆਰ ਸਟੈਂਡਿੰਗ ਹੇਅਰ, ਅਗਰ ਅਸੀਂ ਇੱਥੋਂ ਦੇਖਾਂਗੇ ਤਾਂ ਕਰੰਟ ਇਲੈਕਟ੍ਰੋਨ ਜਿਹੜਾ ਸਾਨੂੰ ਕਲੌਕਵਾਈਜ਼ ਰਿਵੋਲਵ ਕਰਦਾ ਨਜ਼ਰ ਆਏਗਾ, ਅਤੇ ਇੱਧਰਲੇ ਪਾਸੇ ਸਾਊਥ ਪੋਲੈਰਿਟੀ ਆ ਜਾਏਗੀ। ਸੋ ਇੱਕ ਪਾਸੇ ਨਾਰਥ ਪੋਲੈਰਿਟੀ ਆ ਗਈ, ਇੱਕ ਪਾਸੇ ਸਾਊਥ ਪੋਲੈਰਿਟੀ ਆ ਗਈ। ਦੈਨ ਇਲੈਕਟ੍ਰੋਨ ਦੈਟ ਬਿਹੇਵਸ ਐਜ਼ ਅ ਮੈਗਨੈਟਿਕ ਡਾਈਪੋਲ, ਜਿਹਦੀ ਨਾਰਥ ਪੋਲ ਵੀ ਹੈ ਅਤੇ ਜਿਹਦਾ ਸਾਊਥ ਪੋਲ ਵੀ ਹੈ, ਦੈਟ ਸਟਾਰਟ ਬਿਹੇਵਿੰਗ ਐਜ਼ ਅ ਮੈਗਨੈਟਿਕ ਡਾਈਪੋਲ। Okay, so in next lecture we will discuss, I will discuss about a bar magnet। ਅਸੀਂ next lecture ਵਿੱਚ bar magnet ਬਾਰੇ discuss